ਸਿੱਖੀ ਸਿਧਾਂਤ ਮੁਤਾਬਕ ਜੀਵਨ ਕਿਵੇਂ ਹੋਣਾ ਚਾਹੀਦਾ ਹੈ, ਇਸ ਸੰਬੰਧ ਵਿੱਚ ਆਓ ਜਾਣਕਾਰੀ ਲੈਣੇ ਹਾਂ ਭਾਈ ਸਾਹਿਬ ਭਾਈ ਸ਼ਰਤੇਜ ਸਿੰਘ ਜੀ ਤੋਂ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਜੀ ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਧਾਂਤ ਦੀ ਜਲਦ ਗੱਲ ਕਰ ਰਹੇ ਹਾਂ ਤਾਂ ਸਭ ਨੂੰ ਪਤਾ ਹੈ ਕਿ ਜੀ ਘਰ ਵਿੱਚ ਵੀ ਇੱਕ ਸਿਧਾਂਤ ਲਾਗੂ ਕੀਤਾ ਜਾਂਦਾ ਤਦ ਹੀ ਘਰ ਦੇ ਵਿੱਚ ਚੰਗਾ ਸਿਸਟਮ ਬਣਦਾ ਹੈਗਾ। ਬਿਲਕੁਲ। ਤੇ ਪੰਥ ਨੂੰ ਚਲਾਉਣ ਵਾਸਤੇ ਵੀ ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਜੀ ਜੀ। ਪਰ ਅੱਜ ਅਸੀਂ ਵਿਸਰ ਰਹੇ ਹਾਂ, ਸਾਨੂੰ ਸਿਧਾਂਤ ਪਤਾ ਹੀ ਨਹੀਂ ਲੱਗ ਰਿਹਾ, ਕਿਉਂਕਿ ਜਿਹੜਾ ਵਿਅਕਤੀ ਆਉਂਦਾ ਹੈ ਉਸ ਕੋਲ ਜਿਹੜਾ ਐਕਸਪੀਰੀਅੰਸ ਹੈ ਉਹੀ ਗੱਲ ਕਰਕੇ ਚਲੇ ਜਾਂਦਾ ਤੇ ਅਸੀਂ ਉਸ ਨੂੰ ਮੰਨ ਲੈਂਦੇ ਹਾਂ। ਜੀ ਜੀ। ਅਤੇ ਇਸੇ ਕਰਕੇ ਸ਼ਾਇਦ ਅੱਜ ਕਨਫਿਊਜ਼ਨ ਜਿਹੜੀ ਹੈ ਸਾਡੀ ਕੌਮ ਵਿੱਚ ਕਾਫੀ ਹੋ ਗਈ ਹੈ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਆਪਣੇ ਜੀਵਨ ਨੂੰ ਅਸੀਂ ਕਿਵੇਂ ਚਲਾਉਣਾ ਹੈ। ਅੱਜ ਜਿਹੜਾ ਸਾਡੇ ਕੋਲ ਸਮਾਂ ਹੈਗਾ ਜੀ, ਚਾਹਾਂਗੇ ਕਿ ਉਸ ਵਿੱਚੋਂ ਸਾਨੂੰ ਲੈ ਕੇ ਚਲੋ ਕਿ ਗੁਰੂ ਦੇ ਸਿਧਾਂਤ ਅਨੁਸਾਰ ਆਪਣਾ ਜੀਵਨ ਕਿਵੇਂ ਅਸੀਂ ਨਾਲ ਠੀਕ ਕਰਨਾ ਹੈਗਾ ਜੀ। ਮੈਂ ਮਹਿਸੂਸ ਕੀਤਾ ਸਾਨੂੰ ਦੋ ਚੀਜ਼ਾਂ ਮਿਲੀਆਂ ਨੇ ਜੀ। ਗੁਰੂ ਸਾਹਿਬ ਜੀ ਦਾ ਹੁਕਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ। ਪੰਥ ਦਾ ਹੁਕਮ ਹੈ ਸਿੱਖ ਰਹਿਤ ਮਰਿਆਦਾ। ਠੀਕ। ਸਾਡੇ ਜੀਵਨ ਦੀ ਰੋਹ ਰੀਤੀ, ਸਾਡੇ ਜੀਵਨ ਦੇ ਸੰਸਕਾਰ, ਚਾਹੇ ਵਿਆਹ ਦਾ ਹੋਵੇ, ਚਾਹੇ ਉਹ ਮ੍ਰਿਤਕ ਦਾ ਸੰਸਕਾਰ ਹੈ, ਚਾਹੇ ਬੱਚੇ ਦੇ ਜਨਮ ਦਾ ਕੋਈ ਵੀ ਸਾਡਾ ਸੰਸਕਾਰ ਹੈ ਜੀ, ਇਹ ਇਹਨਾਂ ਦੋਨਾਂ ਦੇ ਵਿੱਚ ਰਹਿੰਦੇ ਨੇ। ਇਹ ਕਿਸੇ ਦੂਸਰੇ ਵਿਅਕਤੀ ਦੇ ਮਨੌਤ, ਉਹਦੇ ਆਪਣੇ ਅਨੁਭਵ ਤੋਂ ਉਹਨੂੰ ਅਸੀਂ ਇਹਦੇ ਨਾਲ ਨਹੀਂ ਤੁਲਨਾ ਦੇ ਸਕਦੇ ਜੀ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਫੋਲੋ ਕਰੀਏ। ਸਾਡੇ ਜੀਵਨ ਦੇ ਲਈ ਵੀ ਗੁਰਬਾਣੀ ਦੇ ਵਿੱਚ ਕਿਹੋ ਜਿਹਾ ਜੀਵਨ, ਸਾਡੇ ਸਮਾਜਿਕ ਜੀਵਨ ਕਿਹੋ ਜਿਹਾ ਹੋਵੇ, ਉਹਦੇ ਲਈ ਸਾਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਮਝਾਇਆ ਗਿਆ ਹੈ ਜੀ ਵੀ ਇਸ ਤਰੀਕੇ ਦਾ ਜੀਵਨ ਹੋਣਾ ਚਾਹੀਦਾ ਹੈ ਸਾਡਾ। ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ। ਪਰੰਤੂ ਸਾਡੇ ਦੁਖਾਂਤ ਥੋੜ੍ਹਾ ਜਿਹਾ ਬਣ ਗਿਆ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਜੀ। ਉਹਦੇ ਵਿੱਚ ਇੱਕ ਸਵਾਲ ਕੀਤਾ ਗੁਰਸਿੱਖਾਂ ਨੇ ਕਿ ਮਹਾਰਾਜ ਗੁਰਮੁਖ ਤੇ ਮਨਮੁਖ ਦੀ ਨਿਸ਼ਾਨੀ ਕੀ ਹੈ। ਵੀ ਸ਼ਕਲਾਂ ਦੋਨਾਂ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ। ਕਈ ਵਾਰ ਮਨਮੁਖ ਨੇ ਦਾਅਵਾ ਕਰਨ ਵਾਸਤੇ ਗੁਰਮੁਖ ਨਾਲੋਂ ਵੀ ਜ਼ਿਆਦਾ ਧਰਮੀ ਪਹਿਰਾਵਾ ਬਣਾਇਆ ਹੁੰਦਾ ਹੈ ਜੀ। ਸਾਨੂੰ ਕਿਵੇਂ ਪਤਾ ਲੱਗੇ। ਗੁਰੂ ਜੀ ਕਹਿਣ ਲੱਗੇ ਕਿ ਦੋਨਾਂ ਦੇ ਜੀਵਨ ਦਾ ਮਕਸਦ ਕਹਿ ਲਓ ਜਾਂ ਸਿਧਾਂਤ ਕਹਿ ਲਓ ਜੀ, ਉਹਨਾਂ ਤੋਂ ਪਤਾ ਲੱਗੇਗਾ। ਕਹਿਣ ਲੱਗੇ ਮਹਾਰਾਜ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋ। ਗੁਰੂ ਜੀ ਕਹਿਣ ਲੱਗੇ ਮਨਮੁਖ ਕੂਕਰ ਦ੍ਰਿਸ਼ਟੀ, ਗੁਰਮੁਖ ਸ਼ੇਰ ਦ੍ਰਿਸ਼ਟੀ। ਦ੍ਰਿਸ਼ਟੀ ਦਾ ਅਰਥ ਹੈ ਬਿਰਤੀ। ਠੀਕ। ਗੁਰਸਿੱਖ ਕਹਿਣ ਲੱਗੇ ਮਹਾਰਾਜ ਥੋੜ੍ਹਾ ਖੁਲਾਸਾ ਕਰੋ, ਇਹਦੇ ਵਿੱਚੋਂ ਵੀ ਪਤਾ ਲੱਗੇ ਕੂਕਰ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਦਾ ਭਾਵ ਕੀ। ਜੀ। ਗੁਰੂ ਸਾਹਿਬ ਜੀ ਕਹਿਣ ਲੱਗੇ ਕੁੱਤੇ ਨੂੰ ਕੋਈ ਸੋਟਾ ਮਾਰੇਗਾ ਨਾ, ਉਹ ਸੋਟੇ ਨੂੰ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦਾ। ਠੀਕ। ਕੋਈ ਪੱਥਰ ਮਾਰੇਗਾ, ਪੱਥਰ ਦੇ ਪਿੱਛੇ ਦੌੜੇਗਾ, ਮਾਰਨ ਵਾਲੇ ਵੱਲ ਨਹੀਂ ਜਾਏਗਾ। ਜੀ। ਇਹ ਮਨਮੁਖ ਦੀ ਨਿਸ਼ਾਨੀ ਹੈ। ਸ਼ੇਰ ਨੂੰ ਸ਼ਿਕਾਰੀ ਜਦੋਂ ਘਾਤ ਲਾ ਕੇ ਕੋਈ ਗੋਲੀ ਚਲਾਉਂਦਾ ਹੈ ਜਾਂ ਤੀਰ ਮਾਰਦਾ ਹੈ, ਉਹ ਗੋਲੀ ਜਾਂ ਤੀਰ ਦੇ ਪਿੱਛੇ ਨਹੀਂ ਦੌੜਦਾ। ਉਹਨੂੰ ਪਤਾ ਮਾਰਨ ਵਾਲਾ ਸ਼ਿਕਾਰੀ ਉਹ ਬੈਠਾ ਹੈ। ਠੀਕ। ਉਹ ਝਪਟ ਸ਼ਿਕਾਰੀ ਦੇ ਮਾਰੇਗਾ। ਗੁਰਮੁਖ ਦੀ ਨਿਸ਼ਾਨੀ ਕਿ ਉਹਨੇ ਜ਼ਿੰਦਗੀ ਦੇ ਵਿੱਚ ਕੁਝ ਵੀ ਕਰਨਾ ਹੈ, ਉਹ ਧਿਆਨ ਸਿੱਧਾ ਆਪਣੇ ਗੁਰੂ ਵੱਲ ਲੈ ਕੇ ਜਾਵੇਗਾ। ਜੀ। ਮਨਮੁਖ ਦੀ ਨਿਸ਼ਾਨੀ ਬਿਰਤੀ ਇਹ ਹੈ ਕਿ ਉਹਨੇ ਜ਼ਿੰਦਗੀ 'ਚ ਕੁਝ ਵੀ ਕਰਨਾ ਹੈ, ਉਹ ਕਦੀ ਪੱਥਰ ਨੂੰ ਪੁੱਛਦਾ ਹੈ, ਕਦੀ ਸੋਟੇ ਨੂੰ ਪੁੱਛਦਾ ਹੈ, ਉਹਨਾਂ ਨਾਲ ਜੁੜਦਾ ਹੈ। ਜੀ। ਇਹ ਚੀਜ਼ ਹੈ ਸਾਡੇ ਸਿਧਾਂਤਾਂ ਦੇ ਵਿੱਚ ਜਿਹੜੀ ਚੀਜ਼ ਅੱਜ ਦੀ ਤਸਵੀਰ ਬਣ ਗਈ ਹੈ। ਬੜੀ ਸੋਹਣੀ ਤੁਸੀਂ ਗੱਲ ਕੀਤੀ ਤੇ ਕਿ ਪੱਥਰਾਂ ਦੀ ਤੇ ਇਹ ਅੱਜ ਅਸੀਂ ਉਹਨਾਂ ਦੇ ਪੂਜਾ ਕਰ ਰਹੇ ਹਾਂ। ਅੱਜ ਸਾਨੂੰ ਕੋਈ ਕਹਿ ਦੇ ਤੇ ਸ਼ਾਇਦ ਕਿਉਂਕਿ ਸਰੀ ਦੇ ਵਿੱਚ ਜਿੱਥੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਇੱਥੇ ਕੁਝ ਸਾਲ ਪਹਿਲਾਂ ਇੱਕ ਜਾਂ ਦੋ ਪੰਡਿਤ ਹੁੰਦੇ ਸੀ, ਪਰ ਜਿਉਂ ਸਾਡੀ ਆਬਾਦੀ ਵੱਧਦੀ ਜਾ ਰਹੀ ਹੈ ਤਿਵੇਂ ਇੱਥੇ 25-30 ਪੰਡਿਤ ਵੀ ਆ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੀ ਵਸੋਂ ਵਾਲੀ ਥਾਂ ਜਿਹੜੀ ਇੱਥੇ ਤੁਹਾਨੂੰ ਈਜ਼ੀਲੀ ਦਾਗ ਬੜੀ ਛੇਤੀ ਮਿਲ ਜਾਣਗੇ। ਤੇ ਹੈਰਾਨੀ ਦੀ ਗੱਲ ਤਦ ਆਉਂਦੀ ਹੈ ਕਿ ਅੰਮ੍ਰਿਤਧਾਰੀ ਵੀ ਵਿਅਕਤੀ ਜਿਹੜੇ ਹੈਗੇ ਨੇ ਉਹ ਵੀ ਹੱਥਾਂ 'ਚ ਮੁੰਦਰੀਆਂ ਪਾ ਕੇ ਤੇ ਨਗ ਪਾ ਕੇ ਜਿਹੜੇ ਨੇ ਉਹ ਇਹ ਘੁੰਮਦੇ ਫਿਰਦੇ ਪਏ ਨੇ। ਤੇ ਕਿਸ ਤਰੀਕੇ ਨਾਲ ਅਸੀਂ ਕਿਸੇ ਨੂੰ ਕੋਈ ਖਾਸ ਤੌਰ 'ਤੇ ਨਵੀਂ ਪਨੀਰੀ ਨੂੰ ਇੰਸਪਾਇਰ ਕਰ ਸਕਾਂਗੇ। ਅਸਲ 'ਚ ਮੈਂ ਮਹਿਸੂਸ ਕੀਤਾ ਕਿ ਸਾਡਾ ਪਰਿਵਾਰਕ ਤਾਣਾ ਪੇਟਾ ਜਿਹੜਾ ਉਲਝਿਆ ਹੋਇਆ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਕਦੀ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਗੁਰਬਾਣੀ ਪੜ੍ਹੀ ਜੀ, ਨਾ ਵਿਚਾਰੀ। ਜੇ ਪੜ੍ਹੀ ਹੁੰਦੀ, ਅਸੀਂ ਪੜ੍ਹਿਆ ਹੁੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ, ਬੱਚਿਆਂ ਨੂੰ ਸਮਝ ਹੁੰਦੀ ਕਿ ਮਾਂ ਪਿਓ ਦਾ ਰੁਤਬਾ ਕੀ ਜੀ। ਹੁਣ ਬੱਚਿਆਂ ਨੂੰ ਤਾਂ ਅਸੀਂ ਇਹ ਸਿਖਾਇਆ ਹੀ ਨਹੀਂ, ਪੜ੍ਹੀ ਨਹੀਂ। ਬੱਚੇ ਜਦੋਂ ਮਾਂ ਪਿਓ ਦੇ ਖਿਲਾਫ ਜਾਂਦੇ ਨੇ, ਮਾਂ ਪਿਓ ਦੀ ਗੱਲ ਨਹੀਂ ਮੰਨਦੇ, ਫਿਰ ਕੋਸ਼ਿਸ਼ ਕੀਤੀ ਜਾਂਦੀ ਕਿ ਇਹਨਾਂ ਨੂੰ ਕਾਬੂ ਕਰੀਏ। ਉਹਦੇ ਲਈ ਫਿਰ ਅਸੀਂ ਪੁੱਛਦੇ ਹਾਂ ਲੋਕਾਂ ਨੂੰ, ਤੁਸੀਂ ਦੱਸੋ ਜੀ ਸਾਡੇ ਬੱਚੇ ਸਾਡੇ ਆਖੇ ਨਹੀਂ ਲੱਗ ਰਹੇ। ਉਹ ਫਿਰ ਉਦੋਂ ਇਹ ਚੀਜ਼ ਆਉਂਦੀ ਹੈ ਕਿ ਮੇਰਾ ਬੇਟੀ ਮੇਰੀ ਵੱਸ 'ਚ ਹੋ ਜਾਏ, ਬੇਟਾ ਵੱਸ 'ਚ ਹੋ ਜਾਏ, ਸਾਡੇ ਕਹਿਣੇ ਦੇ ਮੁਤਾਬਕ ਚੱਲੇ ਜੀ। ਉਹ ਫਿਰ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਇਹ ਚੀਜ਼ ਜਿਹੜੀ ਆ ਨਾ ਘੁਸਪੈਠ ਕਰ ਜਾਂਦੀ ਹੈ। ਇਸ ਤੋਂ ਅੱਗੇ ਚੱਲ ਜਾਂਦੀ ਫਿਰ ਨੌ ਸੱਸ ਤੱਕ ਜੀ, ਪਤੀ ਪਤਨੀ ਤੱਕ। ਹੁੰਦਾ ਕੀ ਹੈ,
ਉਹ ਫਿਰ ਸਾਰਾ ਪਰਿਵਾਰ ਜਿਹੜਾ ਨਾ ਇਹਨਾਂ ਉਲਝਣਾਂ ਦੇ ਵਿੱਚ ਹੀ ਪਿਆ ਰਹਿੰਦਾ। ਉਹ ਸਾਰੀ ਜ਼ਿੰਦਗੀ ਉਲਝਦਾ ਉਲਝਦਾ ਹੀ ਮਰ ਜਾਂਦਾ, ਪਰੰਤੂ ਪਰਿਵਾਰ ਦੇ ਵਿੱਚ ਉਹ ਚੰਗਾ ਜਿਹੜਾ ਸੀ ਨਾ ਸਮਾਜ ਜੀ ਜਾਂ ਚੰਗਾ ਮਾਹੌਲ ਉਹ ਨਹੀਂ ਬਣ ਪਾਉਂਦਾ। ਠੀਕ। ਇਸ ਕਰਕੇ ਫਿਰ ਮੁੱਢ ਸਾਡਾ ਉੱਥੇ ਜਾ ਕੇ ਉਖੜ ਗਿਆ। ਅਸੀਂ ਜ਼ਿਆਦਾ ਇੰਨੇ ਅੰਧ ਵਿਸ਼ਵਾਸ ਵਿੱਚ ਹੋ ਗਏ, ਅਸੀਂ ਆਪਣੀ ਗਲਤੀਆਂ ਵੱਲ ਧਿਆਨ ਨਹੀਂ ਦਿੰਦੇ ਵੀ ਇਹ ਜਿਹੜਾ ਕੰਮ ਹੋਇਆ ਕਿਸ ਕਾਰਨ ਕਰਕੇ ਹੋਇਆ। ਅਸੀਂ ਬਸ ਇਹ ਦੇਖਦੇ ਹਾਂ ਕਿ ਜਿਹੜਾ ਕੰਮ ਗਲਤ ਚੱਲ ਰਿਹਾ ਨਾ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਐਸੀ ਤਾਂਤਰਿਕ ਸ਼ਕਤੀ ਮਿਲ ਜਾਏ, ਕੋਈ ਹੋਰ ਐਸਾ ਕੋਈ ਰੈਡੀਮੇਡ ਫਲ ਮਿਲ ਜਾਏ ਜਿਹਦੇ ਨਾਲ ਸਾਡਾ ਮਸਲਾ ਹੱਲ ਹੋ ਜਾਏ, ਬਸ ਉਸ ਪਾਸੇ ਨੂੰ ਤੁਰ ਪਏ। ਪ੍ਰੈਕਟੀਕਲ ਜੀਵਨ ਤੋਂ ਅਸੀਂ ਉੱਕ ਗਏ ਹਾਂ। ਉਹਦਾ ਮੈਂ ਇੱਕ ਇਹ ਵੀ ਤੱਤ ਕੱਢਿਆ, ਅਸਲ ਦੇ ਵਿੱਚ ਸਾਨੂੰ ਪਤਾ ਕਿ ਸਾਡੇ 'ਚ ਕਮੀਆਂ ਬਹੁਤ ਨੇ ਜੀ, ਅਸੀਂ ਗਲਤ ਹਾਂ, ਰੌਂਗ ਹਾਂ। ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਉਹਨਾਂ ਨੂੰ ਸੁਧਾਰਨਾ ਨਹੀਂ ਚਾਹੁੰਦੇ ਜੀ, ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੇ ਲਈ ਇਹ ਚੀਜ਼ਾਂ ਅਸੀਂ ਮਿਥ ਲੈਂਦੇ ਹਾਂ। ਨਹੀਂ ਜੀ, ਸਾਨੂੰ ਕੁਝ ਕਿਸੇ ਨੇ ਕਰ ਦਿੱਤਾ ਹੈ, ਸਾਡੇ ਬੱਚਿਆਂ ਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ, ਤੇ ਉਹਦੇ ਕਾਰਨ ਫਿਰ ਉਹਦਾ ਅਸੀਂ ਹੱਲ ਲੱਭਣ ਦੇ ਵਾਸਤੇ ਉਸ ਪਾਸੇ ਤੁਰ ਪੈਂਦੇ ਹਾਂ। ਰਾਈਟ। ਸੋ ਹੁਣ ਸਵਾਲ ਆਉਂਦਾ ਹੈ ਕਿ ਜੀਵਨ ਕਿਵੇਂ ਉਸ ਗੁਰੂ ਦੇ ਨਾਲ ਜਿਹੜੀ ਸੋਚ ਹੈ ਉਸ ਨਾਲ ਅਲਾਈਨ ਕੀਤਾ ਜਾਏ, ਉਹਦੇ ਵਾਸਤੇ ਕੀ ਕਰਨ ਦੀ ਲੋੜ ਹੈਗੀ? ਉਹਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ, ਸਾਨੂੰ ਕੇਵਲ ਤੇ ਕੇਵਲ ਸ਼ਿਕਾਰੀ ਵੱਲ ਦੇਖਣਾ ਪਏਗਾ। ਠੀਕ। ਨਾ ਕਿ ਸਾਨੂੰ ਕਿਸੇ ਹੋਰ ਦੇ ਪਿੱਛੇ ਲੱਗਣਾ ਪਵੇਗਾ। ਅਸੀਂ ਗੁਰੂ ਦੇ ਸਿੱਖ ਹਾਂ, ਬੰਦਿਆਂ ਦੇ ਸਿੱਖ ਨਹੀਂ ਜੀ। ਸਾਡੀ ਦਸ਼ਾ ਹੈ, ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜੀ, ਬੰਦਿਆਂ ਦੇ ਪਿੱਛੇ ਚੱਲ ਪਏ। ਅਸੀਂ ਦੇਖਣਾ ਹੈ ਤੇ ਗੁਰੂ ਜੀ ਨੂੰ ਪੁੱਛੀਏ, ਗੁਰੂ ਜੀ ਕੀ ਦੇਖੀਏ, ਕਿਸ ਤਰ੍ਹਾਂ ਦੀ ਤੱਕਣੀ ਹੋਵੇ ਸਾਡੀ ਜੀ। ਗੁਰੂ ਜੀ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਅਵਰ ਨਾ ਦੇਖਾਂ। ਸਾਡੀ ਤੱਕਣੀ 'ਚ ਪਵਿੱਤਰਤਾ ਆ ਜਾਏਗੀ ਜੀ, ਈਰਖਾ ਨਫ਼ਰਤ ਖਤਮ ਹੋ ਜਾਏਗੀ ਸਾਡੀ। ਗੁਰੂ ਜੀ ਨੂੰ ਪੁੱਛੀਏ ਅਸੀਂ ਕਿਹੋ ਜਿਹੀ ਭਾਸ਼ਾ ਬੋਲੀਏ। ਗੁਰੂ ਜੀ ਕਹਿੰਦੇ ਨੇ ਮੂੰਹੋਂ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਮੂੰਹ ਦੇ ਇਹੋ ਜਿਹੇ ਬੋਲ ਬੋਲਣੇ ਜਿਹੜੇ ਸੁਣਨ ਨਾਲ ਅਗਲਾ ਪਿਆਰ ਕਰੇ ਜੀ। ਗੁਰੂ ਜੀ ਨੂੰ ਪੁੱਛੀਏ ਕਿ ਗੁਰੂ ਜੀ ਦੱਸੋ ਕਿਹੋ ਜੀ ਸਾਡਾ ਕਿਰਦਾਰ ਹੋਵੇ, ਕਰਨੀ ਕਿਹੋ ਜੀ ਹੋਵੇ। ਗੁਰੂ ਜੀ ਕਹਿੰਦੇ ਸੋ ਕਿਛ ਕਰ, ਜਿਤ ਮੈਲ ਨਾ ਲਾਗੈ। ਜ਼ਿੰਦਗੀ 'ਚ ਇਹੋ ਜੀ ਕਰਨੀ ਕਰ, ਤੇਰੇ ਜੀਵਨ ਨੂੰ ਦਾਗ ਨਾ ਲੱਗ ਜੇ ਜੀ। ਜਦੋਂ ਇਸ ਤਰ੍ਹਾਂ ਗੁਰੂ ਜੀ ਦੇ ਕੋਲੋਂ ਅਸੀਂ ਗਾਈਡਨੈਸ ਆਪਣਾ ਸ਼ੁਰੂ ਕਰਾਂਗੇ ਜੀ, ਉਦੋਂ ਸਾਡੇ ਜੀਵਨ ਜਿਹੜਾ ਨਾ ਉਹ ਸਹੀ ਮਾਰਗ ਤੇ ਚੱਲ ਪਏਗਾ। ਜਦੋਂ ਮੈਂ ਤੁਹਾਨੂੰ ਪੁੱਛਾਂਗਾ ਜੀ ਤੁਸੀਂ ਦੱਸੋ, ਤੁਸੀਂ ਸੁਭਾਵਕ ਹੈ ਤੁਹਾਡੇ ਮਨ 'ਚ ਵੀ ਹੋਏਗਾ ਵੀ ਇਹ ਹੁਣ ਮੇਰੇ ਨਾਲ ਜੁੜਿਆ ਤੇ ਇਹ ਸਾਡਾ ਇਸ ਤਰ੍ਹਾਂ ਬਣਿਆ ਰਵੇ ਰਿਸ਼ਤਾ। ਬਿਲਕੁਲ। ਤੁਸੀਂ ਮੈਨੂੰ ਹੂ ਬਹੂ ਜੋ ਗੁਰੂ ਜੀ ਦਾ ਸਿਧਾਂਤ ਉਹ ਨਹੀਂ ਦ੍ਰਿੜ ਕਰਵਾਓਗੇ। ਠੀਕ। ਮੈਂ ਤਾਂ ਕਈ ਵਾਰ ਹੋਰ ਵੀ ਸੋਚਦਾ, ਸਾਡੇ 'ਚ ਇੱਕ ਹੋਰ ਬੜੀ ਚੱਲੀ ਆ ਰਹੀ ਹੈ, ਭਾਈ ਸਾਹਿਬ ਜੀ ਅਰਦਾਸ ਕਰ ਦਿਓ ਸਾਡੇ ਵਾਸਤੇ। ਬਿਲਕੁਲ। ਫੋਨ ਤੇ ਅਸੀਂ ਅਰਦਾਸਾਂ ਕਰਾਉਣ ਲੱਗ ਪਏ ਹਾਂ। ਮੈਂ ਕਈ ਵਾਰ ਸੋਚਦਾ ਗੁਰੂ ਜੀ ਨੂੰ ਅਸੀਂ ਕਹਿੰਦੇ ਹਾਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਠੀਕ। ਸਾਡੇ ਬੱਚੇ ਸਕੂਲੇ ਪੜ੍ਹਦੇ ਆ ਤੇ ਸਾਡੇ ਬੱਚੇ ਨੂੰ ਫੀਸ ਚਾਹੀਦੀ ਹੈ ਜਮ੍ਹਾਂ ਕਰਾਉਣ ਲਈ। ਉਹ ਪੜੋਸੀ ਨੂੰ ਕਵੇ ਕਿ ਮੇਰੇ ਪਿਤਾ ਨੂੰ ਕਹੋ ਕਿ ਮੈਨੂੰ ਫੀਸ ਦੇ ਪੈਸੇ ਦੇਵੇ, ਮੈਂ ਸਕੂਲੇ ਜਮ੍ਹਾਂ ਕਰਾਉਣੇ ਆ ਜੀ। ਪੜੋਸੀ ਕਵੇ ਵੀ ਤੇਰਾ ਬੇਟਾ ਪੈਸੇ ਮੰਗਦਾ ਫੀਸ ਦੇ, ਉਹਨੂੰ ਦੇ। ਸਾਡੇ ਦਿਲ ਤੇ ਕੀ ਬੀਤੇਗੀ? ਠੀਕ। ਸਾਡੀਆਂ ਅੱਖਾਂ 'ਚ ਪਾਣੀ ਆਏਗਾ ਨਾ, ਮੇਰਾ ਬੱਚਾ, ਮੇਰਾ ਖੂਨ, ਤੇ ਪੜੋਸੀ ਦੇ ਜਰੀਏ ਡਿਆ ਪੈਸੇ ਮੰਗਣਾ। ਜਦੋਂ ਅਸੀਂ ਵੀ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੇ ਜਾ ਕੇ ਅਸੀਂ ਪੜੋਸੀਆਂ ਦੇ ਕੋਲ ਕਹਿੰਦੇ ਤੁਸੀਂ ਮੇਰੇ ਬਾਪ ਨੂੰ ਕਹੋ। ਤੇ ਮੈਂ ਕਈ ਵਾਰ ਸੋਚਦਾ ਵਾਂ, ਸੋਚ ਹੈ ਮੇਰੀ ਨਿੱਜੀ, ਵੀ ਉਦੋਂ ਗੁਰੂ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਮੇਰਾ ਸਿੱਖ ਮੇਰੇ ਨਾਲ ਗੱਲ ਕਰਨ ਦੀ ਬਜਾਏ ਜੀ ਪੜੋਸੀਆਂ ਨੂੰ ਕਹਿ ਰਿਹਾ ਜੀ। ਗੁਰੂ ਜੀ ਨੇ ਸਿਧਾਂਤ ਵੀ ਦਿੱਤੇ ਸੀ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਹਰ ਦੂਜੇ ਨੂੰ ਰੱਦ ਕੀਤਾ ਹੈ। ਬਿਲਕੁਲ। ਵਿਚੋਲੇ ਨੂੰ ਰੱਦ ਕੀਤਾ ਹੈ। ਸਾਡੇ 'ਚ ਬੜੀ ਇੱਕ ਮਨੌਤ ਹੈ, ਨਹੀਂ ਜੀ ਵੇਖੋ ਜੀ ਵਿਚੋਲਾ ਚਾਹੀਦਾ ਹੈ। ਬਿਲਕੁਲ ਜੀ। ਇਹੀ ਵਿਚੋਲੇ ਦਾ ਜਿਹੜਾ ਤੁਸੀਂ ਜ਼ਿਕਰ ਕਰਨ ਜਾ ਰਹੇ ਹੋ, ਹੁਣ ਪੰਜਾਬ 'ਚ ਤਕਰੀਬਨ 12,500-600 ਪਿੰਡ ਹੈਗੇ ਨੇ ਤੇ ਇੱਕ ਰਿਪੋਰਟ ਆਈ ਸੀ ਕਿ 13,400 ਕੁਝ ਉੱਥੇ ਬਾਬੇ ਤੇ ਸੰਤ ਹੈਗੇ ਨੇ ਜੀ ਜੀ। ਹੁਣ ਜਦੋਂ ਤੁਸੀਂ ਕਹਿ ਰਹੇ ਹੈਗੇ ਹੋ ਤੇ ਗੁਰੂ ਨੇ ਵੀ ਗੁਰਬਾਣੀ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧਾ ਉਪਦੇਸ਼ ਕੀਤਾ ਕਿ ਜੀ ਵਿਚੋਲੇ ਨੂੰ ਕੱਢਣਾ ਹੈ। ਪਰ ਅੱਜ ਫਿਰ ਅਸੀਂ ਕਿਉਂ ਵਿਚੋਲਿਆਂ ਦਾ ਸਹਾਰਾ ਲੈ ਰਹੇ ਹਾਂ? ਤੇ ਉਹ ਵਿਚੋਲੇ ਬਜਾਏ ਕਿ ਘਟਦੇ ਜਾਂ ਸਾਡੇ 'ਚ ਕੋਈ ਹੋਰ ਜਾਗਰਤੀ ਆ ਰਹੀ ਹੁੰਦੀ, ਇਹ ਘਟਣੇ ਚਾਹੀਦੇ ਸੀ, ਪਰ ਇਹ ਤਾਂ ਪੁੱਠਾ ਹੋ ਰਿਹਾ। ਅਸਲ ਦੇ ਵਿੱਚ ਉਹਦੇ ਦੋ ਕਾਰਨ ਹੈ। ਇੱਕ ਕਾਰਨ ਤੇ ਇਹ ਹੈ ਵੀ ਜਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਮੰਨ ਕੇ ਹਾਂ ਵਿਚੋਲਾ ਚਾਹੀਦਾ ਹੈ ਜੀ, ਉਹ ਕਹਾਣੀ ਵਿੱਚ ਸੁਣਦੇ ਵੇਖੋ ਜੀ ਲੜਕੀ ਲੜਕੇ ਦਾ ਰਿਸ਼ਤਾ ਵਿਚੋਲਾ ਹੀ ਕਰਾਉਂਦਾ। ਵਿਚੋਲਾ ਉੱਥੇ ਹੁੰਦਾ ਹੈ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਸਾਂਝ ਨਾ ਹੋਵੇ, ਪਰ ਇੱਥੇ ਤੇ ਆਲਰੇਡੀ ਸਾਡੀ ਸਾਂਝ ਹੈ, ਬਣੀ ਪਈ ਹੈ। ਠੀਕ। ਇੱਥੇ ਵਿਚੋਲੇ ਦਾ ਕੰਮ ਨਹੀਂ। ਠੀਕ। ਜਿੱਥੇ ਪਿਓ ਪੁੱਤ ਵਿੱਚ ਕੋਈ ਤੀਸਰਾ ਹੈ ਨਾ, ਉਹ ਘਰ ਉਜੜੇ ਨੇ, ਬਰਬਾਦ ਹੀ ਹੋਏ ਨੇ ਜੀ। ਇਹੀ ਕਾਰਨ ਹੈ ਸਾਡਾ ਸਿੱਖੀ ਸਮਾਜ ਜਿਹੜਾ ਨਾ ਉਜੜਿਆ ਪਿਆ ਹੈ। ਦੂਸਰੀ ਚੀਜ਼, ਕੁਛ ਸਿੱਖ ਪੰਥ ਇੱਕ ਮੁੱਠ ਨਾ ਰਵੇ, ਸਿੱਖ ਪੰਥ ਆਪਣੇ ਗੁਰੂ ਦੇ ਸਿਧਾਂਤਾਂ ਦੇ ਉੱਪਰ ਨਾ ਚਲੇ ਜਾਏ ਜੀ। ਇਸ ਚੀਜ਼ ਦਾ ਬੜਾ ਤਕੜਾ ਖਤਰਾ ਹੈ।
ਜੇ ਸਿੱਖ ਪੰਥ ਇੱਕ ਮੁੱਠ ਹੋ ਗਿਆ ਨਾ ਜੀ ਤੇ ਬਹੁਤ ਵੱਡਾ ਖਤਰਾ ਬਣ ਜਾਏਗਾ। ਇਹਨੂੰ ਕਿਹੜੇ ਤਰੀਕੇ ਨਾਲ ਆਪਾਂ ਵੰਡ ਕੇ ਰੱਖਣਾ ਹੈ? ਜੀ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਦੇ ਲਈ ਜਾਂ ਉਹਨਾਂ ਵਿੱਚ ਮਿਲਾਵਟ ਕਰਨ ਦੇ ਲਈ ਕਿਸ ਤਰੀਕੇ ਨਾਲ ਵਿਪਰਵਾਦ ਨੂੰ ਇਹਦੇ ਵਿੱਚ ਅਸੀਂ ਪਾਉਣਾ ਹੈ? ਜੀ ਇਹ ਕਰੀਬਨ ਸ਼ੁਰੂ ਤੋਂ ਹੀ ਕੋਈ ਵੀ ਸੱਤਾ ਵਿੱਚ ਹੋਵੇ, ਸਰਕਾਰਾਂ ਹੋਣ, ਜੀ ਜ਼ਰੂਰ ਉਹਨਾਂ ਦਾ ਰੋਲ ਰਿਹਾ ਹੈ ਔਰ ਉਹਨਾਂ ਨੇ ਹੀ ਜ਼ਿਆਦਾ ਬੜਾਵਾ ਇਸ ਚੀਜ਼ ਨੂੰ ਦਿੱਤਾ ਹੈ। ਤੁਸੀਂ ਇਹ ਵੇਖ ਲਓ, ਪੰਜਾਬ ਦੀ ਇੱਕ ਤਸਵੀਰ ਹੈ, ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੋਈ ਜਿੰਨਾ ਮਰਜ਼ੀ ਅਪਸ਼ਬਦ ਬੋਲ ਜੇ, 10 ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਕੋਈ ਅਪਸ਼ਬਦ ਬੋਲਦਾ ਹੈ, ਕਦੀ ਕੋਈ ਕਿਸੇ ਨੇ ਕੁਝ ਨਹੀਂ ਕਿਹਾ। ਜੀ ਕਿਸੇ ਬਾਬੇ ਬਾਰੇ ਥੋੜਾ ਜਿਹਾ ਬੋਲੋਗੇ ਤੇ ਤੁਹਾਨੂੰ ਕੇਸ ਪਾ ਕੇ ਅੰਦਰ ਕਰ ਦੇਣਗੇ। ਠੀਕ, ਇਹਦਾ ਮਤਲਬ ਹੈ ਕਿ ਉਹ ਆਪਣਾ ਕੰਮ ਚਲਾ ਰਹੇ ਨੇ ਵੀ ਇਹਨਾਂ ਦੇ ਵਿੱਚ ਅਗਰ ਅਸੀਂ ਸਿੱਖ ਸਮਾਜ ਵਿੱਚ ਕੋਈ ਮਿਲਾਵਟ ਕਰਨੀ ਹੈ ਜਾਂ ਇਹਨਾਂ ਨੂੰ ਇਹਨਾਂ ਦੇ ਮਕਸਦ ਤੋਂ ਭਟਕਾਉਣਾ ਹੈ, ਇਹਨਾਂ ਨੂੰ ਥਾਂ ਥਾਂ ਤੇ ਵੰਡ ਦਿਓ ਤਾਂ ਕਿ ਲੋਕ ਕਿਤੇ ਇੱਕ ਨਿਸ਼ਾਨ ਦੇ ਥੱਲੇ ਨਾ ਆ ਜਾਣ। ਸੋ ਭਾਈ ਸਾਹਿਬ, ਸਵਾਲ ਤਾਂ ਇਹ ਆਇਆ ਕਿ ਜਿਹੜਾ ਦੁਸ਼ਮਣ ਹੁੰਦਾ ਉਹ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ, ਪਰ ਜੇਕਰ ਘਰ ਵਿੱਚ ਕੋਈ ਸਿਆਣਾ ਹੋਏ ਤਾਂ ਘਰ ਬਚ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਦੁਸ਼ਮਣ ਤਾਂ ਹਮੇਸ਼ਾ ਆਪਣੀ ਕੋਸ਼ਿਸ਼ਾਂ ਕਰਦਾ ਰਹੇਗਾ, ਲੇਕਿਨ ਅਸੀਂ ਅਵੇਸਲੇ ਹੋ ਗਏ, ਅਸੀਂ ਗੁਰੂ ਦੇ ਸਿਧਾਂਤ ਤੋਂ ਪਿੱਛੇ ਹਟ ਗਏ ਤੇ ਅਸੀਂ ਵੀ ਅਵੇਸਲੇ ਹੋ ਕੇ ਸਿਰਫ ਕਰਮ ਕਾਂਡਾਂ ਤੱਕ ਸੀਮਿਤ ਰਹਿ ਗਏ। ਸ਼ਾਇਦ ਇਹ ਵੀ ਕਾਰਨ ਹੈਗਾ ਕਿ ਅਸੀਂ ਅੱਗੇ ਨਹੀਂ ਚੱਲ ਸਕ ਰਹੇ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਇਸ ਬ੍ਰੇਕ ਤੋਂ ਬਾਅਦ ਸਾਂਝ ਪਾਉਂਦੇ ਹਾਂ ਜੀ। ਭਾਈ ਸਾਹਿਬ, ਭਾਈ ਸ਼ਵਤੇਜ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਸਿੱਖੀ ਸਿਧਾਂਤ ਅਨੁਸਾਰ ਕਿਵੇਂ ਸਾਡਾ ਜੀਵਨ ਹੋਣਾ ਚਾਹੀਦਾ ਹੈ। ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਦੁਸ਼ਮਣ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਹੀ ਹੈ ਦੂਸਰੇ ਨੂੰ ਨੀਵਾਂ ਕਰਨ ਦੀ, ਪਰ ਅੱਜ ਅਸੀਂ ਵੀ ਉਹਨਾਂ ਚੀਜ਼ਾਂ 'ਚ ਫਸਦੇ ਜਾ ਰਹੇ ਹਾਂ। ਕਿਉਂ ਨਹੀਂ ਅਸੀਂ ਸਟੈਂਡ ਲੈ ਸਕ ਰਹੇ? ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ। ਸੋ ਭਾਈ ਸਾਹਿਬ, ਅੱਜ ਪ੍ਰੋਬਲਮ ਇਹ ਪੈ ਗਈ ਹੈਗੀ ਇੱਕ ਬਹੁਤ ਵੱਡੀ ਕਿ ਕੋਈ ਕਹਿ ਦੇ ਸਾਨੂੰ ਤਾਂ ਅਸੀਂ ਰੌਲੇ ਪਾ ਦਿੰਦੇ ਹਾਂ, ਅਸੀਂ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਾਂ, ਪਰ ਜੋ ਅਸੀਂ ਆਪ ਕਰ ਰਹੇ ਹਾਂ ਆਪਣੇ ਅੰਦਰ, ਕੌਮ ਦੇ ਅੰਦਰ, ਉਸ ਪ੍ਰਤੀ ਜੇਕਰ ਇੱਕ ਦੂਸਰੇ ਨੂੰ ਵੀ ਕੋਈ ਕਹਿ ਦੇ ਤੇ ਪਹਾੜੀਆਂ ਲਾਉਣ ਤੱਕ ਉਤਰ ਜਾਂਦੇ ਹਾਂ। ਜੀ ਜੀ ਜੀ। ਸੋ ਇਹ ਕਿਉਂ ਨਹੀਂ ਅਸੀਂ ਇਕਮੁੱਠ ਹੋ ਕੇ ਤੇ ਜਿਹੜਾ ਦੁਸ਼ਮਣ ਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਉਹਦੇ ਖਿਲਾਫ ਕੋਈ ਜੰਗ ਛੇੜ ਸਕਦੇ? ਕੀ ਸਾਨੂੰ ਪਤਾ ਨਹੀਂ ਜਾਂ ਜਾਣਬੁੱਝ ਕੇ ਅਸੀਂ ਅਵੇਸਲੇ ਹੋ ਚੁੱਕੇ ਹਾਂ? ਨਹੀਂ, ਮੈਂ ਇਹਦੇ 'ਚ ਮਹਿਸੂਸ ਕੀਤਾ ਜਿਨ੍ਹਾਂ ਨੂੰ ਪਤਾ ਹੈ ਨਾ ਜੀ, ਉਹ ਆਲਰੇਡੀ ਖੇਲ ਰਹੇ ਨੇ ਕਿਸੇ ਦੇ ਹੱਥਾਂ 'ਚ। ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਗੇਮ ਕੀ ਚੱਲ ਰਹੀ ਹੈ। ਅੱਜ ਲੋੜ ਹੈ ਇਸ ਚੀਜ਼ ਨੂੰ, ਅਗਰ ਅਸੀਂ ਬਚਾਉਣਾ ਚਾਹੁੰਦੇ ਨਾ, ਇਸ ਚੀਜ਼ ਤੋਂ ਬਚਣਾ ਚਾਹੁੰਦੇ ਹਾਂ ਜੀ, ਅੱਜ ਲੋੜ ਹੈ ਕਿ ਸਾਨੂੰ ਅਗਵਾਈ ਜਿਹੜੀ ਹੈ ਨਾ ਕਿਸੇ ਵਿਅਕਤੀ ਦੀ ਨਾ ਕਬੂਲਣੀ ਪਵੇ। ਗੁਰੂ ਸਾਹਿਬ ਜੀ ਨੇ ਬੜਾ ਸੋਹਣਾ ਇੱਕ ਬਚਨ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ ਜੀ। ਉਹ ਕਹਿੰਦੇ, ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ। ਠੀਕ, ਪਹਿਲਾਂ ਵਸਤੂ ਦੀ ਪਹਿਚਾਣ ਕਰੋ, ਫਿਰ ਉਹਦੇ ਨਾਲ ਸਾਂਝ ਬਾੜੋ। ਜੀ, ਜਿਹੜਾ ਅਸੀਂ ਅੱਖਾਂ ਬੰਦ ਕਰਕੇ ਤੇ ਉਹ ਸਿਰ ਝੁਕਾ ਦਿੰਨੇ ਅੱਗੇ, ਮੈਂ ਮਹਿਸੂਸ ਕੀਤਾ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ। ਦੂਸਰਾ, ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਜੋ ਕਰ ਰਹੇ ਹਾਂ ਜਾਂ ਜਿਸ ਵਾਸਤੇ ਅਸੀਂ ਇਹ ਮੋਰਚਾ ਲਾ ਰਹੇ ਹਾਂ ਉਹ ਸੱਚ ਹੈ ਕਿ ਝੂਠ ਹੈ। ਜੀ, ਬਹੁਤ ਸਾਰੇ ਲੋਕ ਝੂਠ ਨੂੰ ਸੱਚ ਸਮਝ ਕੇ ਹੀ ਉਹਦੇ ਬਾਰੇ ਮੋਰਚਾ ਲਾ ਕੇ ਖੋਲ ਕੇ ਬਹਿ ਜਾਂਦੇ ਆ। ਇਸ ਕਰਕੇ ਅੱਜ ਬਸ ਮੇਨ ਮੈਂ ਮਹਿਸੂਸ ਕਰ ਰਿਹਾ ਲੋੜ ਹੈ ਕਿ ਸਭ ਤੋਂ ਪਹਿਲਾਂ ਤੇ ਸਾਨੂੰ ਘੱਟੋ ਘੱਟ ਜੀਵਨ ਵਿੱਚ ਇੱਕ ਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ ਜੀ, ਅਰਥਾਂ ਦੇ ਸਹਿਤ ਪੜ੍ਹ ਲਈਏ। ਜੀ, ਜੇ ਪੜ੍ਹ ਨਹੀਂ ਸਕਦੇ ਸੁਣ ਲਈਏ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਮਨ ਵਿੱਚ ਫੈਸਲਾ ਕਰੀਏ ਕਿ ਸੱਚ ਕੀ ਤੇ ਝੂਠ ਕੀ, ਸਾਰੀ ਤਸਵੀਰ ਨਿੱਤਰ ਕੇ ਸਾਹਮਣੇ ਆ ਜਾਏਗੀ। ਠੀਕ, ਅੱਜ ਜਿਹੜਾ ਅਸੀਂ ਕਹਿੰਦੇ ਨਾ ਡੇਰਾਵਾਦ ਜਾਂ ਅਸੀਂ ਕਹਿੰਦੇ ਵੀ ਅੰਧ ਵਿਸ਼ਵਾਸ, ਕਰਮਕਾਂਡ, ਇਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਵੀ ਇੱਧਰ ਨਾ ਜਾਓ। ਆਪਣੇ ਆਪ ਹੀ ਸਾਡੇ ਮਨ ਨੇ ਫੈਸਲਾ ਕਰ ਦੇਣਾ ਹੈ ਤੇ ਇਹਦੇ ਤੋਂ ਸਾਨੂੰ ਛੁਟਕਾਰਾ ਮਿਲ ਜਾਣਾ ਹੈ। ਜੀ, ਬਾਕੀ ਮੈਂ ਮਹਿਸੂਸ ਕੀਤਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੀ, ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਹੈ ਨਾ, ਇਹ ਖੇਡ ਉਦੋਂ ਤੋਂ ਹੀ ਚੱਲੀ ਆ ਰਹੀ ਹੈ। ਜੀ, ਉਹਨੂੰ ਪਤਾ ਸੀ ਵਿਪਰਵਾਦ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਅਧੀਨਗੀ ਕਬੂਲਣੀ ਮਨਜ਼ੂਰ ਨਹੀਂ ਕੀਤੀ। ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਕੋਸ਼ਿਸ਼ ਕੀਤੀ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹੈ ਨਾ ਉਹ ਆਪਾਂ ਘੁਸਪੈਠ ਕਰੀਏ। ਜੀ, ਉਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਬੱਚਿਆਂ ਨੂੰ ਆਪਣੇ ਵੱਲ ਖਿੱਚ ਲਿਆ। ਆਪਾਂ ਜਾਣਦੇ ਵੀ ਹਾਂ ਕਿ ਉਹਨਾਂ ਬੱਚਿਆਂ ਨੇ ਗੁਰੂ ਸਾਹਿਬ ਜੀ ਦੇ ਬਚਨ ਨੂੰ, ਹੁਕਮਾਂ ਨਹੀਂ ਮੰਨਿਆ। ਠੀਕ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਬੜੇ ਦੂਰ ਅੰਦੇਸ਼ੀ ਵਾਲੇ ਮਹਾਂਪੁਰਖ ਨੇ। ਜੀ, ਗੁਰੂ ਸਾਹਿਬ ਜੀ ਨੇ ਭਾਪ ਲਿਆ ਉਹਨਾਂ ਦੀ ਉਸ ਚਾਲ ਨੂੰ। ਗੁਰੂ ਸਾਹਿਬ ਜੀ ਨੇ ਜਿਹੜੀ ਗੁਰਿਆਈ ਸੀ ਨਾ, ਉਹਨਾਂ ਨੂੰ ਤੇ ਇਹ ਸੀ ਵੀ ਪਿਓ ਤੋਂ ਬਾਅਦ ਪੁੱਤਰ ਹੋਏਗਾ। ਗੁਰੂ ਸਾਹਿਬ ਜੀ ਨੇ ਸੇਵਕ ਨੂੰ ਦੇ ਦਿੱਤੀ। ਜੀ, ਉਹ ਉਦੋਂ ਤੋਂ ਹੀ ਚੱਲੀ ਆ ਰਹੀ ਹੈ ਖੇਡ। ਇਹ ਜਦੋਂ ਵੀ ਕਿਤੇ ਵਕਤ ਮਿਲਿਆ ਇਹਨਾਂ ਨੇ ਆਪਣਾ ਚੋਟ ਮਾਰੀ ਹੈ, ਜਦੋਂ ਵੀ ਕਿਤੇ ਵਕਤ ਮਿਲਿਆ ਇਹਨਾਂ ਨੇ ਉਹ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੱਕ ਚੱਲੀ ਇਹੀ ਆ ਰਹੀ ਹੈ। ਪਰ ਮੈਂ ਸਮਝਦਾ ਕਿ ਸਾਡੀ ਨਲਾਇਕੀ, ਇੱਕ ਬੇਸਮਝੀ ਹੈ। ਜੇ ਕਿਤੇ ਸਾਨੂੰ ਇੱਕ ਵਾਰ ਕੋਈ ਦੁਸ਼ਮਣ ਸਾਡੇ ਨਾਲ ਮਾੜਾ ਕਰੇ ਨਾ,
ਤੇ ਸਾਨੂੰ ਸਮਝ ਜਾਣਾ ਚਾਹੀਦਾ। ਲੇਕਿਨ ਨਹੀਂ, ਹਾਂ, ਸਾਡੇ ਬਜ਼ੁਰਗ ਕਹਿ ਦਿੰਦੇ ਨੇ ਬੇਟਾ ਉਹ ਪਰਿਵਾਰ ਜਿਹੜਾ ਵਾ ਨਾ ਉਹਨਾਂ ਨਾਲ ਆਪਾਂ ਜ਼ਿਆਦਾ ਵਰਤਾਓ ਨਹੀਂ ਰੱਖਣਾ ਤੇ ਯਕੀਨ ਨਾ ਕਰਿਓ, ਇਹਨਾਂ ਨੇ ਪਹਿਲਾਂ ਸਾਡੇ ਨਾਲ ਆਹ ਕੁਛ ਕੀਤਾ ਸੀ ਜੀ। ਅਸੀਂ ਉਹ ਗੱਲ ਮੰਨ ਲਈ, ਪਰੰਤੂ ਸਾਡੇ ਇਤਿਹਾਸਾਂ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਲਿਖ ਕੇ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਜਾਂ ਜਿਹੜੇ ਸਾਨੂੰ ਸਿਧਾਂਤਾਂ ਦੇ ਰੂਪ ਦੇ ਵਿੱਚ ਰਹਿਤ ਮਰਿਆਦਾ ਸਮਝਾਈਆਂ, ਉਹਨਾਂ ਨੂੰ ਅਸੀਂ ਅਜੇ ਤੱਕ ਨਹੀਂ ਅਸੀਂ ਕਬੂਲਿਆ ਕਿ ਦੁਸ਼ਮਣ ਕੌਣ ਹੈ ਤੇ ਸੱਜਣ ਕੌਣ ਹੈ। ਅਸੀਂ ਸੱਜਣਾਂ ਨੂੰ ਹੀ ਦੁਸ਼ਮਣ ਸਮਝ ਕੇ ਉਹਨਾਂ ਦੀਆਂ ਪੱਗਾਂ ਲਾਈ ਜਾਂਦੇ ਹਾਂ। ਸੋ ਹੁਣ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਇਹ ਸਾਰੀ ਸੋਲਿਊਸ਼ਨਸ ਜਿਹੜੇ ਅਸੀਂ ਪ੍ਰੋਬਲਮਸ ਦੀ ਗੱਲ ਕੀਤੀ, ਹੁਣ ਸੋਲਿਊਸ਼ਨ ਕੀ ਹੈ, ਕਿੱਥੋਂ ਸ਼ੁਰੂਆਤ ਕੀਤੀ ਜਾਏ? ਤੁਸੀਂ ਦੁਨੀਆ ਭਰ ਵਿੱਚ ਜਾ ਕੇ ਗੁਰਦੁਆਰਿਆਂ ਵਿੱਚ ਵੀ ਤੇ ਵੈਸੇ ਵੀ ਸਮਾਜ ਵਿੱਚ ਵਿਚਰਦੇ ਹੋ, ਗੱਲਾਂ ਬਾਤਾਂ ਹੁੰਦੀਆਂ ਨੇ, ਇਹ ਇਸ਼ੂਜ਼ ਹਰ ਪਾਸੇ ਇਹੀ ਨੇ, ਚਿੰਤਾ ਨੇ, ਲੋਕਾਂ 'ਚ ਚਿੰਤਾ ਹੈਗੀ ਹੈ, ਲੇਕਿਨ ਕੀਤਾ ਕੀ ਜਾਏ, ਕਿੱਥੋਂ ਸਟਾਰਟ ਕੀਤਾ ਜਾਏ? ਕਿਉਂਕਿ ਹਰ ਇੱਕ ਕੋਈ ਚਾਹ ਰਿਹਾ ਚੇਂਜ ਆਵੇ, ਪਰ ਉਹ ਚੇਂਜ ਮੈਂ ਨਹੀਂ ਚਾਹ ਰਿਹਾ ਕਿ ਮੇਰੇ ਤੋਂ ਸ਼ੁਰੂ ਹੋਵੇ। ਇਸ ਕਰਕੇ ਇੱਕ ਬਹੁਤ ਵੱਡੀ ਸਮੱਸਿਆ। ਸੋ ਇਹ ਜਿਹੜਾ ਬਾਕੀ ਦਾ ਸਮਾਂ ਮੈਂ ਚਾਹਾਂਗਾ ਕਿ ਇਹਦੇ ਵਿੱਚ ਕਿਹੜੇ ਤੁਹਾਡਾ ਕੀ ਸੁਝਾਅ ਹੋਏਗਾ ਕਿ ਕਿੱਥੋਂ ਸ਼ੁਰੂਆਤ ਕੀਤੀ ਜਾਏ ਤੇ ਕਿਸ ਤਰੀਕੇ ਨਾਲ ਅਸੀਂ, ਜਿਸ ਤਰ੍ਹਾਂ ਤੁਸੀਂ ਇੱਕ ਐਗਜ਼ਾਮਪਲ ਦਿੱਤਾ ਕਿ ਇੱਕ ਵਾਰੀ ਪੂਰਾ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹੀਏ, ਸਮਝੀਏ, ਫਿਰ ਆਪਣਾ ਫੈਸਲਾ ਕਰੀਏ, ਨਾ ਕਿ ਕਿਸੇ ਵਿਅਕਤੀ ਦੇ ਉੱਤੇ ਜਾਂ ਕਿਸੇ ਇਨ ਕੋਟਸ ਕੋਈ ਬਾਬਾ ਜਾਂ ਕੋਈ ਆਪਣੇ ਆਪ ਨੂੰ ਖਵਾਉਂਦਾ ਹੈ ਕੋਈ ਮਹਾਂਪੁਰਖ ਉੱਤੇ ਬਿਲੀਵ ਕਰੀਏ। ਕਿਉਂਕਿ ਸਾਡੇ ਕੋਲ ਤਾਂ ਸਭ ਤੋਂ ਵੱਡਾ ਮਹਾਂਪੁਰਖ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਪਰ ਕਿਉਂਕਿ ਅਸੀਂ ਸਮਾਂ ਨਹੀਂ ਕੱਢਦੇ। ਐਂਡ ਹੈਰਾਨੀ ਦੀ ਗੱਲ, ਸਮਾਂ ਸਾਡੇ ਕੋਲ ਤਦ ਆ ਜਾਂਦਾ ਜਦੋਂ ਕੋਈ ਐਸਾ ਵਿਅਕਤੀ ਆਉਂਦਾ ਹੈ, ਤਦ ਅਸੀਂ 2-2 3-3 ਦਿਨ ਵੀ ਕੱਢ ਲੈਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕੋਲ ਬੈਠਣ ਲਈ ਸਾਡੇ ਕੋਲ ਸਮਾਂ ਨਹੀਂ ਨਿਕਲਦਾ ਹੈਗਾ। ਸੋ ਇਹਦੇ ਵਾਸਤੇ ਕੀ ਪ੍ਰੈਕਟੀਕਲ ਸਟੈਪਸ ਲਏ ਜਾਣ ਜਿਹਦੇ ਨਾਲ ਕਿ ਕੋਈ ਸੋਲਿਊਸ਼ਨ ਜਿਹੜਾ ਉਹ ਸਾਹਮਣੇ ਆ ਸਕਦਾ ਹੈਗਾ? ਮੈਂ ਮਹਿਸੂਸ ਕਰਦਾ ਕਿ ਜਿਹੜੇ ਪ੍ਰਚਾਰਕ ਤਬਕਾ ਹੈ ਨਾ ਜੀ, ਪ੍ਰਚਾਰਕ ਤਬਕੇ ਨੂੰ ਸਭ ਤੋਂ ਪਹਿਲਾਂ ਹੁਣ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ। ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਗੁਰੂ ਦੇ ਵਫਾਦਾਰ ਬਣਨਾ ਪਏਗਾ ਜੀ। ਇਹ ਜਿਹੜੀ ਗ੍ਰੰਥੀ ਲਾਈਨ ਹੁੰਦੀ ਹੈ ਨਾ, ਗ੍ਰੰਥੀ ਕਹਿ ਲਓ, ਪ੍ਰਚਾਰਕ ਕਹਿ ਲਓ, ਰਾਗੀ ਕਹਿ ਲਓ, ਢਾਡੀ ਕਹਿ ਲਓ, ਇਹ ਕੀ ਹੈ? ਗ੍ਰੰਥੀ ਦਾ ਅਰਥ ਲੋਕੀ ਕਹਿੰਦੇ ਕਿ ਵਜ਼ੀਰ ਹੁੰਦਾ ਗੁਰੂ ਦਾ ਜੀ। ਮੈਂ ਕਹਿੰਦਾ ਨਹੀਂ, ਵਜ਼ੀਰ ਦੇ ਵਿੱਚ ਬੜੀ ਦੂਰੀ ਹੁੰਦੀ ਹੈ ਬਾਦਸ਼ਾਹ ਨਾਲੋਂ ਜੀ। ਫਿਰ ਵਜ਼ੀਰ ਕਦੇ ਬਾਦਸ਼ਾਹ ਦੇ ਸਿੰਘਾਸਨ ਤੇ ਬਰਾਬਰ ਨਹੀਂ ਬੈਠਦਾ, ਠੀਕ, ਗ੍ਰੰਥੀ ਬੈਠਦਾ ਹੈ, ਪ੍ਰਚਾਰਕ ਬੈਠਦਾ ਹੈ। ਮੈਂ ਇਹਦਾ ਇਹ ਅਰਥ ਸਮਝਦਾ ਵਾਂ, ਪਤੀ ਸੂਬੇਦਾਰ ਹੋਵੇ ਨਾ, ਸਾਰੇ ਉਹਦੀ ਪਤਨੀ ਨੂੰ ਸੂਬੇਦਾਰ ਨਹੀਂ ਕਹਿੰਦੇ ਆ, ਠੀਕ, ਮਾਂ ਨੂੰ ਨਹੀਂ ਕਹਿਣਗੇ, ਭੈਣ ਨੂੰ ਨਹੀਂ ਕਹਿਣਗੇ, ਧੀ ਨੂੰ ਨਹੀਂ ਕਹਿਣਗੇ, ਅਜੇ ਖੂਨ ਦਾ ਰਿਸ਼ਤਾ ਉਹ ਹੈ ਜੀ, ਪਤਨੀ ਨੂੰ ਕਹਿਣਗੇ। ਕਿਉਂਕਿ ਸਭ ਤੋਂ ਜ਼ਿਆਦਾ ਭਰੋਸੇ ਵਾਲਾ, ਵਫਾਦਾਰੀ ਵਾਲਾ ਤੇ ਸਭ ਤੋਂ ਅਹਿਮ ਸੰਬੰਧ ਰਿਸ਼ਤਾ ਜਿਹੜਾ ਹੁੰਦਾ ਨਾ, ਨਜ਼ਦੀਕੀ ਵਾਲਾ ਜੀ, ਜਿਹਨੂੰ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ ਜੀ, ਉਹ ਪਤੀ ਪਤਨੀ ਦਾ, ਠੀਕ। ਪਤੀ ਥਾਣੇਦਾਰ ਹੈ ਤੇ ਪਤਨੀ ਆਪਣੇ ਆਪ ਹੀ ਥਾਣੇਦਾਰ ਨੇ, ਠੀਕ। ਇਸੇ ਤਰ੍ਹਾਂ ਗ੍ਰੰਥੀ ਗ੍ਰੰਥ ਤੋਂ ਗ੍ਰੰਥੀ ਹੈ। ਜਿੰਨਾ ਵਫਾਦਾਰੀ ਵਾਲਾ ਰਿਸ਼ਤਾ ਉਹ ਹੈ ਨਾ, ਗੁਰੂ ਨੂੰ ਸਮਰਪਣ ਤੇ ਗੁਰੂ ਦੇ ਪ੍ਰਤੀ ਵਫਾਦਾਰੀ ਵਾਲਾ ਓਨਾ ਹੀ ਰਿਸ਼ਤਾ ਸਾਡਾ ਹੈ, ਠੀਕ। ਅਸੀਂ ਪ੍ਰਚਾਰਕ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਉਸ ਰਿਸ਼ਤੇ ਨੂੰ ਮੁੱਖ ਰੱਖੀਏ ਵੀ ਸਾਡਾ ਅਸਲ ਦੇ ਵਿੱਚ ਅਸੀਂ ਵਫਾਦਾਰ ਗੁਰੂ ਦੇ ਆ ਜੀ। ਸਾਡਾ ਭਰੋਸੇ ਦਾ ਰਿਸ਼ਤਾ ਹੈ ਗੁਰੂ ਦਾ। ਜਿੱਥੇ ਭਰੋਸੇ ਦੇ ਵਿੱਚ ਜਾਂ ਬੇਵਫਾਈ ਥੋੜੀ ਜਿਹੀ ਵੀ ਹੋ ਗਈ ਨਾ, ਰਿਸ਼ਤਾ ਖਤਮ ਹੋ ਜਾਂਦਾ ਹੈ, ਠੀਕ। ਉਸ ਨੂੰ ਮੁੱਖ ਰੱਖ ਕੇ ਜਦੋਂ ਅਸੀਂ ਉਹਦਾ ਸਿਧਾਂਤ, ਉਹਦਾ ਮੈਸੇਜ ਜੀ ਅਸੀਂ ਪਬਲਿਕ ਤੱਕ ਪਹੁੰਚਾਵਾਂਗੇ ਨਾ, ਉੱਥੇ ਦੋ ਚੀਜ਼ਾਂ ਹੋਰ ਸਾਨੂੰ ਸਾਹਮਣਾ ਕਰਨਾ ਪੈਣਾ। ਇੱਕ ਕਰਨਾ ਪੈਣਾ ਪ੍ਰਬੰਧਕਾਂ ਦਾ ਜੀ, ਪ੍ਰਬੰਧਕ ਸ਼੍ਰੇਣੀ ਵੀ ਥੋੜੀ ਜਿਹੀ ਸਾਡੇ ਵਿਰੋਧ ਵਿੱਚ ਆਵੇਗੀ। ਦੂਸਰਾ ਸਾਨੂੰ ਕਰਨਾ ਪੈਣਾ ਵਾ ਜਿਹੜਾ ਆਪਾਂ ਕਹਿ ਸਕਦੇ ਹਾਂ ਡੇਰਾਵਾਦ ਕਹਿ ਲਈਏ, ਜਾਂ ਇਹ ਜਿਹੜੀ ਲੌਬੀ ਹੈ ਜੀ, ਉਹਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਕੋਸ਼ਿਸ਼ ਕਰੀਏ, ਖਾਸ ਕਰਕੇ ਜਿਹੜੀ ਸਾਡੀ ਜਨਰੇਸ਼ਨ ਹੈ ਆਉਣ ਛੋਟੀ ਹੈ ਜੀ, ਜਾਂ ਯੂਥ ਹੈ, ਯੂਥ ਵੀ ਥੋੜਾ ਜਿਹਾ ਸਮਝ ਸਕਦਾ ਜੇ, ਠੀਕ। ਮੈਂ ਮਹਿਸੂਸ ਕੀਤਾ ਜਿਹੜੇ 50 ਸਾਲ ਤੋਂ ਉੱਪਰ ਹੈ ਨਾ, ਉਹਨਾਂ ਨੂੰ ਜਿੰਨਾ ਮਰਜ਼ੀ ਸਿਰ ਖਪਾ ਕੇ ਵੇਖ ਲਈ, ਉਹਨਾਂ ਦੀ ਅੜੀ ਉੱਥੇ ਹੀ ਹੈ, ਠੀਕ। ਸ਼ਾਇਦ ਹੀ ਹੈ ਕੋਈ ਵਿਰਲਾ ਜਿਹੜਾ ਗੱਲ ਨੂੰ ਸਮਝੇ ਜੀ। ਹਾਂਜੀ, ਅਸੀਂ ਥੋੜਾ ਧਿਆਨ ਹੁਣ ਦਈਏ ਇੱਧਰ। ਸਰਕਾਰਾਂ ਨੇ ਬੜਾ ਉਲਝਾਉਣਾ ਹੈ ਜੀ, ਸਾਨੂੰ ਏਜੰਸੀਆਂ ਨੇ ਬੜਾ ਉਲਝਾਉਣਾ ਹੈ, ਇੱਥੋਂ ਤੱਕ ਕਿ ਕਈ ਥਾਵਾਂ ਤੇ ਲੜਾਈਆਂ ਝਗੜੇ ਵੀ ਸਾਡੇ ਸ਼ੁਰੂ ਕਰਵਾਉਣੇ ਆ ਜੀ। ਪਰੰਤੂ ਸਾਨੂੰ ਉਹ ਸਾਰੀਆਂ ਚੀਜ਼ਾਂ ਨੂੰ ਕਿਨਾਰੇ ਤੇ ਕਰਕੇ, ਬਿਆਨਬਾਜ਼ੀ ਕੀ ਸਭ ਕੁਝ ਕਿਨਾਰੇ ਤੇ ਕਰਕੇ, ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਗਰਾਊਂਡ ਤਿਆਰ ਕਰਨੀ ਪਏਗੀ, ਠੀਕ। ਯੂਥ ਨੂੰ ਸਮਝਾਈਏ, ਅਸੀਂ ਛੋਟੀ ਜਨਰੇਸ਼ਨ ਨੂੰ ਸਮਝਾਈਏ, ਉਹ ਸਾਡੀ ਕੌਮ ਦਾ ਆਉਣ ਵਾਲਾ ਭਵਿੱਖ ਹੈ ਜੀ। ਫਿਰ ਆਸ ਰੱਖ ਸਕਦੇ ਕਿ ਅੱਜ ਤੋਂ 10 ਸਾਲ ਬਾਅਦ ਸਾਡੇ ਸਮਾਜ ਦੀ ਤਸਵੀਰ ਆ ਹੋਵੇਗੀ, ਰਾਈਟ। ਹਾਂਜੀ, ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਸਾਡਾ ਆਪਣਾ ਜਿਹੜਾ ਨਾ ਧਰਮ ਹੈ ਜੀ, ਵੀ ਅਸੀਂ ਗ੍ਰੰਥੀ ਹਾਂ, ਅਸੀਂ ਪ੍ਰਚਾਰਕ ਹਾਂ, ਸਾਡਾ ਗੁਰੂ ਦੇ ਨਾਲ ਆਹ ਰਿਸ਼ਤਾ ਹੈ, ਉਹ ਸਾਨੂੰ ਪਹਿਲਾਂ ਮੁੱਖ ਰੱਖਣਾ ਪਏਗਾ। ਜੇ ਅਸੀਂ ਵੀ ਡਾਲਰਾਂ ਦੇ ਵਿੱਚ ਹੀ ਰਹਿ ਗਏ, ਅਸੀਂ ਦੂਸਰਿਆਂ ਨੂੰ ਕਹਿੰਦੇ ਬਾਬੇ ਡਾਲਰ ਲੁੱਟ ਕੇ ਲੈ ਜਾਂਦੇ ਜੀ, ਅਸੀਂ ਵੀ ਉੱਥੋਂ ਤੱਕ ਸੀਮਤ ਰਹਿ ਗਏ, ਫਿਰ ਜਿਹੜੀ ਇਹ ਲੜਾਈ ਹੈ
ਇਹ ਹਾਰ ਗਏ। ਬੜੀ ਮੁਸ਼ਕਿਲ ਕਿ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ। ਪਹਿਲੀ ਗੱਲ ਤਾਂ ਮੁਬਾਰਕ ਕਿ ਮੈਂ ਪਹਿਲੀ ਵਾਰੀ ਕੋਈ ਵੇਖਿਆ ਪ੍ਰਚਾਰਕ ਜਿਹੜਾ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਰਿਹਾ, ਕਿਉਂਕਿ ਆਮ ਤੌਰ ਤੇ ਅਸੀਂ ਦੂਸਰਿਆਂ ਨੂੰ ਉਪਦੇਸ਼ ਕਰਦੇ ਨੇ। ਸੋ ਧੰਨਵਾਦੀ ਹਾਂ ਤੁਹਾਡੇ ਕਿ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਤੁਹਾਡਾ ਜਿਹੜਾ ਅਹਿਮ ਰੋਲ ਹੈ, ਬਹੁਤ ਮਾੜਾ ਰੋਲ ਜਿਹੜਾ ਪਿੱਛੇ ਵੇਖਿਆ ਗਿਆ ਜਾਂ ਅੱਜ ਵੀ ਚੱਲ ਰਿਹਾ, ਜਿਸ ਦੇ ਵਿੱਚ ਕਿ ਲੋਕਾਂ ਦਾ ਵਿਸ਼ਵਾਸ ਹੁੰਦਾ ਤੁਹਾਡੇ ਉੱਤੇ, ਲੇਕਿਨ ਜਦੋਂ ਵਿਸ਼ਵਾਸ ਭੰਗ ਹੁੰਦਾ ਤੇ ਲੋਕਾਂ ਨੇ ਤੇ ਆਪ ਸਮਾਂ ਨਹੀਂ ਨਾ ਹੀ ਕੋਈ ਕੋਸ਼ਿਸ਼ ਕਰਨੀ, ਪਰ ਤੁਸੀਂ ਉਸ ਨੂੰ ਉਸ ਜਿਹੜੀ ਇਨਫੋਰਮੇਸ਼ਨ ਉਸ ਨੂੰ ਸਹੀ ਤਰੀਕੇ ਨਾਲ ਪਹੁੰਚਾ ਸਕਦੇ ਹੋ। ਸੋ ਆਸ ਕਰਨੇ ਆ ਕਿ ਇਸ ਪੱਖ ਤੋਂ ਕੋਈ ਨਾ ਕੋਈ ਜ਼ਰੂਰ ਕੰਮ ਹੋਏਗਾ, ਤੇ ਆਫ ਕੋਰਸ ਮੈਨੇਜਮੈਂਟ ਵੀ ਅਸੀਂ ਬਣਾ ਕੇ ਭੇਜਨੇ ਆ। ਜੇ ਅਸੀਂ ਸੁਹਿਰਦ ਹੋ ਜਾਵਾਂਗੇ ਤਾਂ ਥੋੜਾ ਜਿਹਾ ਉਸ ਪਾਸੇ ਵੀ ਧਿਆਨ ਦਿੱਤਾ ਜਾਏਗਾ। ਸੋ ਇਹ ਤਾਂ ਗੱਲ ਆ ਗਈ ਤੁਹਾਡੇ ਪੱਖ ਤੋਂ। ਹੁਣ ਐਜ਼ ਅ ਸਿੱਖ, ਕਾਮਨ ਸਿੱਖ ਜਿਹੜਾ ਉਹ ਕੀ ਕਰੇ? ਕਾਮਨ ਸਿੱਖ ਦੇ ਲਈ ਫਿਰ ਜ਼ਰੂਰੀ ਹੈ ਉਹ ਹਰੇਕ ਚੀਜ਼ ਨੂੰ ਪਹਿਲਾਂ ਇਹ ਸਮਝੇ ਜੀ ਕਿ ਜੋ ਮੈਨੂੰ ਕਿਹਾ ਜਾ ਰਿਹਾ ਜਾਂ ਜੋ ਮੈਨੂੰ ਗਾਈਡ ਕੀਤਾ ਜਾ ਰਿਹਾ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਸਾਡੇ ਇਤਿਹਾਸ ਵਿੱਚ ਵੀ ਬਹੁਤ ਮਿਲਗੋਭਾ ਹੈ ਜੀ। ਸਾਨੂੰ ਕਹਾਣੀਆਂ ਸਾਖੀਆਂ ਸੁਣਾਈਆਂ ਜਾਂਦੀਆਂ, ਉਹਨਾਂ ਵਿੱਚ ਵੀ ਬਹੁਤ ਸਾਰੀਆਂ ਮਿਲਾਵਟਾਂ ਨੇ ਜੀ। ਘੱਟੋ ਘੱਟ ਉਹਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਗੁਰੂ ਸਾਹਿਬ ਕਰਨੀ ਤੇ ਕਥਨੀ 'ਚ ਫਰਕ ਨਹੀਂ ਰੱਖ ਸਕਦੇ। ਠੀਕ, ਜੋ ਗੁਰਬਾਣੀ 'ਚ ਕਿਹਾ ਹੈ ਨਾ ਉਹਦੇ ਅਰਥ ਨੇ ਜੋ ਕੀਤਾ। ਠੀਕ, ਗੁਰਬਾਣੀ ਦੇ ਅਰਥ ਕਿਸੇ ਸਾਨੂੰ ਡਿਕਸ਼ਨਰੀ 'ਚੋਂ ਨਹੀਂ ਲੱਭਣਗੇ ਜੀ, ਕਿਸੇ ਦੂਸਰੇ ਗ੍ਰੰਥਾਂ 'ਚੋਂ ਨਹੀਂ ਲੱਭਣਗੇ। ਜੋ ਕੀਤਾ ਹੈ ਨਾ ਜੀਵਨ 'ਚ ਉਹ ਗੁਰਬਾਣੀ ਦੇ ਹੀ ਅਰਥ ਨੇ ਜੀ। ਇਤਿਹਾਸ ਕਹਿ ਸਕਦੇ ਗੁਰਬਾਣੀ ਦੇ ਅਰਥ ਨੇ। ਇਸ ਲਈ ਸਭ ਤੋਂ ਪਹਿਲਾਂ ਦੇਖਣਾ ਪਏਗਾ ਜਿਹੜੇ ਸਾਨੂੰ ਸਾਖੀਆਂ ਸੁਣਾਈਆਂ ਜਾਂਦੀਆਂ ਉਹ ਜੀ ਉੱਥੇ ਜੀ ਗੰਢਿਆਂ ਦੇ ਬਦਲੇ ਪੁੱਤ ਮਿਲ ਗਏ, ਕੀ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਹੈ? ਠੀਕ, ਗੁਰਬਾਣੀ ਤੇ ਕਹਿੰਦੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਠੀਕ, ਤੇ ਗੰਢਾ ਦਾਤਾ ਕਿਵੇਂ ਹੋ ਸਕਦਾ? ਹਾਂਜੀ, ਉਹ ਚੀਜ਼ਾਂ ਸਾਰੀਆਂ ਸਾਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਮ ਮਨੁੱਖ ਨੂੰ, ਆਮ ਗੁਰਸਿੱਖ ਨੂੰ ਵੀ ਸਮਝਣੀਆਂ ਪੈਣਗੀਆਂ। ਸੋ ਉਹਦੇ ਵਾਸਤੇ ਵਿਵੇਕ ਬੁੱਧੀ ਦੀ ਵਰਤੋਂ ਕਰਨੀ ਪਏਗੀ ਕਿ ਜੋ ਕਿਹਾ ਜਾ ਰਿਹਾ ਕਿ ਉਹ ਸਾਖੀ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਪ੍ਰਮਾਣਿਤ ਕਰਦਾ, ਉਸ ਨੂੰ ਨਹੀਂ ਕਰਦਾ। ਜਾਗਣਾ ਜ਼ਰੂਰੀ ਹੈ। ਬਿਲਕੁਲ, ਉਹ ਜਦੋਂ ਤੱਕ ਜਾਗਾਂਗੇ ਨਹੀਂ ਤੇ ਨਹੀਂ ਤਦ ਤੱਕ ਇਹੋ ਜਿਹੀਆਂ ਸਾਖੀਆਂ ਜਿਹੜੀਆਂ ਨੇ, ਕਈ ਵਾਰੀ ਇਹ ਸਾਖੀਆਂ ਵਿੱਚ ਵੀ ਅੱਜ ਕੱਲ੍ਹ ਤਾਂ ਕਮਾਲ ਦੀਆਂ ਸਾਖੀਆਂ ਨੇ ਜਿੱਥੇ ਕਿ ਭੇਡੂ ਵੀ ਕਿਸੇ ਨੂੰ ਬਣਾ ਦਿੱਤਾ ਜਾਂਦਾ ਹੈ, ਕਿਸੇ ਕੁਝ ਹੋਰ ਕਰ ਦਿੱਤਾ ਜਾਂਦਾ ਹੈ। ਸੋ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜੇਕਰ ਅਸੀਂ ਅਵੇਸਲੇ ਹੋ ਕੇ ਥੋੜ੍ਹਾ ਜਿਹਾ ਸਮਾਂ ਕੱਢ ਕੇ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਿਤ ਨਾ ਰੱਖੀਏ, ਪੜ੍ਹੀਏ, ਸਮਝੀਏ ਤੇ ਉਸ ਤੋਂ ਬਾਅਦ ਗ੍ਰਹਿਣ ਕਰੀਏ ਤਾਂ ਆਟੋਮੈਟਿਕਲੀ ਚੇਂਜ ਆਣਗੇ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰੋ harpreetsingh@gmail.com। ਭਾਈ ਸਾਹਿਬ ਭਾਈ ਸ਼ਿਵਤੇਜ ਸਿੰਘ ਜੀ ਨੇ ਜੋ ਸਾਡੇ ਨਾਲ ਸਾਂਝ ਪਾਈ ਹੈ, ਇਸ ਦੀ ਬੜੀ ਮਹੱਤਤਾ ਹੈ, ਕਿਉਂਕਿ ਅੱਜ ਇਸ ਪਾਸੇ ਨੂੰ ਅਸੀਂ ਤੁਰ ਪਏ ਹਾਂ, ਸਾਨੂੰ ਪਤਾ ਹੁੰਦੇ ਹੋਏ ਵੀ ਅਸੀਂ ਜਾਣਬੁੱਝ ਕੇ ਵੀ ਕਈ ਵਾਰੀ ਨਾ ਜਾਣਦੇ ਹੋਏ ਵੀ ਬਹੁਤ ਕੁਝ ਐਸਾ ਕਰ ਰਹੇ ਹਾਂ ਜਿਹੜਾ ਗੁਰਮਤਿ ਦੇ ਅਨੁਕੂਲ ਨਹੀਂ ਹੈ। ਆਓ ਸਾਰੇ ਯਤਨ ਕਰੀਏ, ਤੇ ਇਹੀ ਮਕਸਦ ਹੈ ਇਸ ਪ੍ਰੋਗਰਾਮ ਦਾ ਕਿ ਅਸੀਂ ਜੋ ਤੁਹਾਡੇ ਤੱਕ ਇਹ ਮਹਿਮਾਨਾਂ ਨੂੰ ਲੈ ਕੇ ਆਉਂਦੇ ਹਾਂ, ਇਹਨਾਂ ਕੋਲ ਨੌਲੇਜ ਹੈ, ਇਹਨਾਂ ਕੋਲ ਐਕਸਪੀਰੀਅੰਸ ਹੈ, ਤੇ ਇਹਨਾਂ ਦੇ ਨੌਲੇਜ ਅਤੇ ਐਕਸਪੀਰੀਅੰਸ ਦਾ ਫਾਇਦਾ ਲਈਏ। ਸਿਰਫ ਸਾਖੀਆਂ ਜਿਨ੍ਹਾਂ ਦੇ ਵਿੱਚ ਕਿ ਗੁਰਮਤਿ ਅਨੁਕੂਲ ਨਹੀਂ ਸਾਨੂੰ ਪਤਾ ਲੱਗਦਾ ਤਾਂ ਉਹਨਾਂ 'ਤੇ ਅਸੀਂ ਵਿਸ਼ਵਾਸ ਨਾ ਕਰੀਏ, ਆਪ ਸਵੈ ਪੜਚੋਲ ਕਰੀਏ, ਅਸੀਂ ਕਿੱਥੇ ਖਲੋਤੇ ਹਾਂ, ਗੁਰਬਾਣੀ ਨਾਲ ਜੁੜੀਏ ਤੇ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਕਰਦਾ ਜੀ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫਿਰ ਮਿਲਾਂਗੇ, ਤਦ ਤੱਕ ਗੁੱਡ ਬਾਏ।